ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਾਰਿਆਂ ਦਾ ਵੈਲਕਮ ਹੈ ਕੈਰਾ ਸਟੱਡੀ ਸੈਂਟਰ ਦੇ ਵਿੱਚ। ਤੇ ਅੱਜ ਅਸੀਂ ਸਟਾਰਟ ਕਰਨ ਲੱਗੇ ਹਾਂ ਇੰਟੀਗ੍ਰੇਸ਼ਨ, ਆਪਣਾ ਸੈਕਿੰਡ ਵੋਲਿਊਮ +2 ਮੈਥਮੈਟਿਕ ਦਾ ਸਟਾਰਟ ਕਰਨ ਲੱਗੇ ਆਪਣਾ ਫਸਟ ਚੈਪਟਰ ਸੈਕਿੰਡ ਵੋਲਿਊਮ ਦਾ, ਡੈਟ ਇਜ਼ ਇੰਟੈਗਰਲ ਕੈਲਕੂਲਸ। ਤੇ ਇੰਟੈਗਰਲ ਦੇ ਵਿੱਚ ਅਸੀਂ ਅੱਜ ਕੀ ਪੜ੍ਹਨਾ ਹੈ, ਬਹੁਤ ਹੀ ਇੰਟਰਸਟਿੰਗ ਟੌਪਿਕ ਹੈਗਾ ਇੰਟੀਗ੍ਰੇਸ਼ਨ, ਕਿਉਂਕਿ ਸਾਨੂੰ ਪਤਾ ਹੈ ਫਿਜ਼ਿਕਸ ਦੇ ਵਿੱਚ ਵੀ ਆਪਾਂ ਕਾਫੀ ਯੂਜ਼ ਕਰਦੇ ਹਾਂ, +1 +2 ਦੇ ਵਿੱਚ ਹੋਰ ਵੀ ਕਿੰਨੀ ਜਗ੍ਹਾ 'ਤੇ ਯੂਜ਼ ਹੁੰਦਾ ਇਹਦਾ, ਉਹਦੇ ਬਾਰੇ ਵੀ ਆਪਾਂ 'ਚ ਪੜ੍ਹਾਂਗੇ। ਠੀਕ ਹੈ ਜੀ, ਸਟਾਰਟ ਕਰਦੇ ਆਪਣੇ ਟੌਪਿਕ ਅੱਜ ਦੇ ਇੰਟੈਗਰਲ ਤੋਂ। ਇਸ ਕਰਕੇ ਇੱਕ ਚੀਜ਼ ਵਿੱਚ ਹੋਰ ਅੱਜ ਤੋਂ ਚੇਂਜ ਆਉਣ ਵਾਲੀ ਉਹ ਇਹ ਆ ਕਿ ਅਸੀਂ ਅੱਜ ਤੋਂ NCERT ਦੇ ਰਿਲੇਟਡ ਕੁਐਸਚਨਸ ਕਰਾਂਗੇ। NCERT ਨੂੰ ਫੋਲੋ ਕਰਦੇ ਹੋਏ ਆਪਣਾ ਅਗਲਾ ਸਿਲੇਬਸ ਜਿਹੜਾ ਆ ਉਹ ਕਰਾਂਗੇ। ਠੀਕ ਹੈ, ਫਸਟ ਵੋਲਿਊਮ ਜਿਹੜਾ ਸੀ ਆਪਾਂ ਸਪੈਕਟਰਮ ਨੂੰ ਫੋਲੋ ਕਰਦੇ ਕੀਤਾ, ਬਟ ਕੁਝ ਸਿਲੇਬਸ ਜਲਦੀ ਕੰਪਲੀਟ ਨਾ ਹੋਣ ਕਾਰਨ ਇਸ ਕਰਕੇ ਆਪਾਂ ਹੁਣ NCERT ਜਿਹੜੀ ਉਹਨੂੰ ਫੋਲੋ ਕਰਾਂਗੇ, ਕਿਉਂਕਿ NCERT CBSE ਐਜ਼ ਵੈਲ ਐਜ਼ PSE ਵੀ ਦੋਨਾਂ ਬੋਰਡ ਨੂੰ ਹੀ ਕਵਰ ਕਰਦਾ ਆ। ਠੀਕ ਹੈ, ਤੇ ਇਸ ਕਰਕੇ NCERT ਵਾਲੇ ਜਿਹੜੇ ਸਮਝ ਆ ਅੱਜ ਤੋਂ ਆਪਾਂ ਆਪਣੇ ਸੋਲਵ ਕਰਨੇ ਸ਼ੁਰੂ ਕਰਾਂਗੇ, ਐਕਸਰਸਾਈਜ਼ ਵੀ ਤੇ ਆਪਣੇ ਕਨਸੈਪਟ ਵੀ। ਠੀਕ ਹੈ ਜੀ, ਸਟਾਰਟ ਕਰਦੇ ਅੱਜ ਆਪਣੇ ਟੌਪਿਕ ਨੂੰ, ਡੈਟ ਇਜ਼ ਇੰਟੈਗਰਲ। ਇੰਟੈਗਰਲ ਦੇ ਵਿੱਚ ਬੇਟਾ ਅਸੀਂ ਦੋ ਟੌਪਿਕ ਜਿਹੜੇ ਡਿਸਕਸ ਕਰਨੇ ਆ, ਸਬ ਟੌਪਿਕ ਦੋ ਹੋਣਗੇ। ਫਸਟ ਸਾਡਾ ਹੋਏਗਾ ਇਨਡੈਫੀਨਿਟ ਇੰਟੈਗਰਲ, ਸੈਕਿੰਡ ਹੋਏਗਾ ਡੈਫੀਨਿਟ ਇੰਟੈਗਰਲ। ਠੀਕ ਹੈ, ਵੈਸੇ ਹੀ ਜ਼ਿਆਦਾਤਰ ਜਿਹੜੀਆਂ NCERT ਇਲਾਵਾ ਬੁੱਕਸ ਦੇ ਵਿੱਚ ਇਹ ਦੋਨੋਂ ਟੌਪਿਕ ਜਿਹੜੇ ਨੇ ਇਹਨਾਂ ਦੋਨਾਂ ਦੇ ਉੱਪਰ ਦੋ ਚੈਪਟਰ ਅਲੱਗ-ਅਲੱਗ ਹੁੰਦੇ ਆ। ਪਹਿਲਾ ਚੈਪਟਰ ਇੰਡੈਫੀਨਿਟ ਉੱਪਰ ਹੁੰਦਾ, ਸੈਕਿੰਡ ਚੈਪਟਰ ਹੁੰਦਾ ਡੈਫੀਨਿਟ ਇੰਟੈਗਰਲ ਦੇ ਉੱਪਰ। ਠੀਕ ਹੈ, ਬਟ NCERT ਦੇ ਵਿੱਚ ਦੋਨੋਂ ਟੌਪਿਕ ਨੂੰ ਇਕੱਠਿਆਂ ਹੀ ਉਹਨਾਂ ਨੇ ਕਵਰ ਕੀਤਾ ਹੋਇਆ, ਬਟ ਇਹਦੇ ਵਿੱਚ ਵੀ ਪਹਿਲਾਂ ਇੰਡੈਫੀਨਿਟ ਇੰਟੈਗਰਲ ਨੂੰ ਕਵਰ ਕਰਦੇ, ਉਸ ਤੋਂ ਬਾਅਦ ਡੈਫੀਨਿਟ ਇੰਟੈਗਰਲ ਜਿਹੜਾ ਆ ਉਹ ਸਟਾਰਟ ਕਰਦੇ ਆ। ਦੋਨਾਂ ਦੇ ਹੀ ਯੂਜ਼ਸ, ਦੋਨਾਂ ਦੇ ਹੀ ਤਰੀਕੇ ਜਿਹੜੇ ਨੇ ਉਹ ਅਲੱਗ ਨੇ, ਉਹਨਾਂ ਦਾ ਕਨਸੈਪਟ ਦੋਨਾਂ ਦਾ ਅਲੱਗ ਹੈਗਾ। ਕਨਸੈਪਟ ਮੀਨਸ ਕਿ ਦੋਨਾਂ ਨੂੰ ਤੁਹਾਨੂੰ ਸੋਲਵ ਕਰਨ ਦਾ ਤਰੀਕਾ ਤੇ ਸੇਮ ਲੱਗੇਗਾ, ਬਟ ਦੋਨਾਂ ਦਾ ਜਿਹੜਾ ਮਤਲਬ ਹੈ ਕਿ ਆਪਾਂ ਸੋਲਵ ਕਰਕੇ ਦੋਨਾਂ 'ਚ ਉਹ ਸਾਰਾ ਅਲੱਗ-ਅਲੱਗ ਹੈਗਾ। ਠੀਕ ਹੈ, ਸਟਾਰਟ ਕਰਦੇ ਬੇਟਾ ਆਪਾਂ ਅੱਜ ਦੀ ਆਪਣੀ ਡੈਫੀਨੇਸ਼ਨ ਦੋਨੋਂ ਸਮਝੀਏ ਕਿ ਇੰਟੈਗਰਲ ਕੈਲਕੂਲਸ ਦੇ ਵਿੱਚ ਸਾਡੇ ਦੋ ਟੌਪਿਕ ਨੇ। ਫਸਟ ਆ ਇੰਡੈਫੀਨਿਟ ਇੰਟੈਗਰਲ, ਸੈਕਿੰਡ ਡੈਫੀਨਿਟ ਇੰਟੈਗਰਲ। ਇਹ 'ਚ ਆਪਾਂ ਪੜ੍ਹਨਾ ਕੀ ਆ, ਜਿਹੜਾ ਬੇਟਾ ਡੈਫੀਨਿਟ ਇੰਟੈਗਰਲ ਆ ਇਹ ਆਪਾਂ ਯੂਜ਼ ਕਰਦੇ ਆ ਟੂ ਕੈਲਕੂਲੇਟਿੰਗ ਏਰੀਆ ਅੰਡਰ ਦੀ ਕਰਵ। ਸਭ ਤੋਂ ਮੇਨ ਜਿਹੜਾ ਯੂਜ਼ ਹੈਗਾ ਨਾ ਇੰਟੈਗਰਲ ਦਾ ਇਹ ਆ ਕਿ ਕਿਸੇ ਵੀ ਕੋਈ ਗ੍ਰਾਫ ਆਪਾਂ ਡਰਾਅ ਕਰਦੇ ਵਿੱਚ ਕਰਵ ਡਰਾਅ ਕੀਤੀ, ਉਸ ਕਰਵ ਦੇ ਅੰਡਰ ਜੋ ਏਰੀਆ ਬਣਦਾ ਪਿਆ ਉਸ ਏਰੀਆ ਨੂੰ ਫਾਈਂਡ ਕਰਨ ਵਾਸਤੇ ਡੈਫੀਨਿਟ ਇੰਟੈਗਰਲ ਦਾ ਯੂਜ਼ ਹੁੰਦਾ ਹੈ। ਠੀਕ ਹੈ, ਬਾਕੀ ਇਹਦੇ ਬਾਰੇ ਡਿਟੇਲ ਦੇ ਵਿੱਚ ਅਸੀਂ ਉਦੋਂ ਹੀ ਪੜਾਂਗੇ ਜਦੋਂ ਡੈਫੀਨਿਟ ਇੰਟੈਗਰਲ ਨੂੰ ਸਟਾਰਟ ਕਰਾਂਗੇ। ਠੀਕ ਹੈ, ਇੱਧਰ ਆਪਾਂ ਇਹ ਹੁਣ ਇਨਡੈਫੀਨਿਟ ਇੰਟੈਗਰਲ ਦੇ ਵਿੱਚ ਕਹਿੰਦੇ ਇਹਨੂੰ ਆਪਾਂ ਯੂਜ਼ ਕਰਦੇ ਹਾਂ ਫਾਈਂਡਿੰਗ ਫੰਕਸ਼ਨ ਵੈਨਐਵਰ ਇਟਸ ਡੈਰੀਵੇਟਿਵ ਇਜ਼ ਗਿਵਨ। ਮੇਨ ਆਪਾਂ ਦੇਖੀਏ ਕਿ ਇੰਡੈਫੀਨਿਟ ਇੰਟੈਗਰਲ 'ਚ ਕੀ ਪੜ੍ਹਨਾ, ਕਿਉਂਕਿ ਆਪਾਂ ਸਾਡਾ ਟੌਪਿਕ ਇਹੀ ਸ਼ੁਰੂ ਹੋਣ ਵਾਲਾ ਇੰਡੈਫੀਨਿਟ ਇੰਟੈਗਰਲ। ਥੋੜਾ ਬਹੁਤ ਤੁਹਾਨੂੰ ਮੈਂ ਦੋਨਾਂ ਬਾਰੇ ਦੱਸ ਦਿੰਦਾ। ਵੈਸੇ ਮੰਨ ਲਓ ਕਿਸੇ ਫੰਕਸ਼ਨ ਦਾ ਡੈਰੀਵੇਟਿਵ ਫਾਈਂਡ ਕਰਦੇ ਹਾਂ, ਮੰਨ ਲਓ ਸਾਡੇ ਕੋਲ ਫੰਕਸ਼ਨ ਹੈਗਾ x²। ਠੀਕ ਹੈ, ਅਸੀਂ ਫਾਈਂਡ ਕਰਦੇ ਹਾਂ ਇਹਦਾ ਡੈਰੀਵੇਟਿਵ ਆਏਗਾ ਸਾਡੇ ਕੋਲ ਇਹਦਾ 2x ਆ ਗਿਆ। ਠੀਕ ਹੈ, x² ਦਾ ਡੈਰੀਵੇਟਿਵ ਆ 2x। ਮੰਨ ਲਓ ਤੁਹਾਡੇ ਮਾਈਂਡ 'ਚ ਆਏ ਕਿ ਸਾਨੂੰ ਕਿਸੇ ਫੰਕਸ਼ਨ ਦਾ ਡੈਰੀਵੇਟਿਵ ਦਿੱਤਾ ਹੋਇਆ, ਆਪਾਂ ਇਹਦੇ ਤੋਂ ਪਿੱਛੇ ਉਹਦੇ ਫੰਕਸ਼ਨ ਵੱਲ ਜਾਣਾ ਵੀ ਕਿੰਨੂੰ ਡੈਰੀਵੇਟਿਵ ਕਰਕੇ ਫੰਕਸ਼ਨ ਬਣਿਆ। ਬਸ ਇਹੀ ਚੀਜ਼ ਫਾਈਂਡ ਕਰਨ ਵਾਸਤੇ ਅਸੀਂ ਆਪਣਾ ਕਿਹੜਾ ਕਨਸੈਪਟ ਯੂਜ਼ ਕਰਨਾ, ਇੰਡੈਫੀਨਿਟ ਇੰਟੈਗਰਲ। ਇਹ ਡੈਫੀਨਿਟ ਇੰਟੈਗਰਲ ਦੇ ਵਿੱਚ ਆਪਾਂ ਇਹੀ ਚੀਜ਼ਾਂ ਫਾਈਂਡ ਕਰਨੀਆਂ ਨੇ ਕਿ ਮੰਨ ਲਓ ਕਿਸੇ ਫੰਕਸ਼ਨ ਦਾ ਡੈਰੀਵੇਟਿਵ ਗਿਵਨ ਆ, ਤੁਸੀਂ ਡੈਰੀਵੇਟਿਵ ਤੋਂ ਪਿੱਛੇ ਕਿੱਥੇ ਜਾਣਾ, ਉਹਦੇ ਫੰਕਸ਼ਨ ਵੱਲ, ਤੇ ਵਿਦ ਦੀ ਹੈਲਪ ਆਫ ਇੰਡੈਫੀਨਿਟ ਇੰਟੈਗਰਲ ਆਪਾਂ ਇਹਨੂੰ ਸੋਲਵ ਕਰਾਂਗੇ। ਠੀਕ ਹੈ, ਇਹ ਸਾਡਾ ਪਹਿਲਾ ਟੌਪਿਕ ਹੋਏਗਾ ਅੱਜ ਦਾ। ਡੈਫੀਨਿਟ ਇੰਟੈਗਰਲ ਜੋ ਬਾਅਦ 'ਚ ਪੜਾਂਗੇ, ਇਹਦੇ ਵਿੱਚ ਕੀ ਬਟਾ ਹੁੰਦਾ ਕਿ ਮੰਨ ਲਓ ਕਹਿੰਦੇ ਕੋਈ ਕਰਵ ਸਾਨੂੰ ਦਿੱਤੀ ਹੋਈ ਹੈ, ਨਾਰਮਲੀ ਸਕੁਏਅਰ ਹੋਏ, ਰੈਕਟੈਂਗਲ ਹੋਏ, ਟ੍ਰਾਇੰਗਲ। ਠੀਕ ਹੈ, ਸਾਰਿਆਂ ਦਾ ਏਰੀਆ ਫਾਈਂਡ ਕਰਨਾ ਉਹਨਾਂ ਦਾ ਕੋਈ ਹੁੰਦਾ। ਮੰਨ ਲਓ ਕੋਈ y = fx ਸਾਡੇ ਕੋਲ ਕਰਵ ਹੈ, ਸਪੋਜ਼ I ਨੂੰ ਕਰਵ ਹੈਗੀ y = fx। ਮੈਂ ਕਹਿੰਦਾ ਜੀ ਇਹਦੇ ਅੰਡਰ ਆ ਸਾਡੇ ਕੋਲ ਜੀ x ਐਕਸਿਸ ਵੱਲ ਨੂੰ ਏਰੀਆ ਆ ਗਿਆ, x ਤੇ ਮੰਨ ਲਓ y ਐਕਸਿਸ ਆ ਇੱਕ ਫਿਗਰ ਬਣ ਗਈ। ਹੁਣ ਤੁਹਾਨੂੰ ਤੁਸੀਂ ਦੇਖੋਗੇ ਕਿ ਇਹ ਫਿਗਰ ਨਾ ਹੀ ਰੈਕਟੈਂਗਲ ਆ ਨਾ ਹੀ ਕੋਈ ਸਕੁਏਅਰ ਆ। ਇਸ ਫਿਗਰ ਦਾ ਏਰੀਆ ਫਾਈਂਡ ਕਰਨ ਵਾਸਤੇ ਕਹਿਤਾ, ਤੇ ਸੋਚੋ ਕਿ ਇਹ ਫਿਗਰ ਦਾ ਏਰੀਆ ਕਿੱਦਾਂ ਫਾਈਂਡ ਕਰਾਂਗੇ ਆਪਾਂ। ਇਹ ਤੇ ਕੋਈ ਸਟੈਂਡਰਡ ਫਾਰਮ ਕੋਈ ਵੀ ਨਹੀਂ ਬਣਦੀ ਪਈ। ਬਸ ਇਹੀ ਸਾਡਾ ਇੱਥੇ ਯੂਜ਼ ਹੈਗਾ ਇੰਟੈਗਰਲ ਦਾ ਕਿ ਸਾਨੂੰ ਜਿੱਦਾਂ ਦੀ ਮਰਜ਼ੀ ਕੋਈ ਫਿਗਰ ਬਣੇ, ਕਰਵ ਸਾਡੇ ਕੋਲ ਕੋਈ ਵੀ ਹੋਏ, ਇਸ ਕਰਵ ਦੇ ਅੰਡਰ x ਐਕਸਿਸ ਵੱਲ ਨੂੰ ਜਾਂ y ਐਕਸਿਸ ਵੱਲ, ਦੋਨਾਂ ਕਿਸੇ ਵੀ ਐਕਸਿਸ ਵੱਲ ਨੂੰ ਜੇ ਸਾਨੂੰ ਏਰੀਆ ਫਾਈਂਡ ਕਰਨ ਵਾਸਤੇ ਕਿਹਾ ਜਾਏ ਤੇ ਵਿਦ ਦੀ ਹੈਲਪ ਆਫ ਡੈਫੀਨਿਟ ਇੰਟੈਗਰਲ ਆਪਾਂ ਫਾਈਂਡ ਕਰਾਂਗੇ। ਇਸ ਕਰਕੇ ਮੇਨਲੀ ਦੇਖਿਆ ਜਾਏ ਇੰਟੈਗਰਲ ਦੇ ਸਾ ਟੌਪਿਕ ਜਿਹੜਾ ਆ ਇਹ 'ਚ ਆਪਾਂ ਦੋ ਚੀਜ਼ਾਂ ਨੂੰ ਸਿੱਖਣਾ। ਪਹਿਲਾ
कि डेरिवेटिव गिवन होए तो ओदा एंटी डेरिवेटिव कह दो, क्योंकि उल्ट मतलब ओदा एंटी डेरिवेटिव फाइंड करना। सैकेंड करव दी आ ਉਹਦੇ ਅੰਦਰ ਏਰੀਆ फाइंड करना। बहुत ही दो इंटरस्टिंग चीज़ों ਆਪਾਂ ਜਿਹੜੇ ਆ ਇਸ इंटैगरल टॉपिक के अंदर सीखांगे। इस तरह बच्चे इंटैगरल टॉपिक हैगा, ठीक है। ਹੁਣ ਆਪਾਂ स्टार्ट करते अपना इंडेफिनिट इंटैगरल ਨੂੰ ਤੇ ਥੋੜਾ डिटेल ਦੇ ਵਿੱਚ हम जानते हैं कि किवें ਸਾਨੂੰ कोई फंक्शन ਦਿੱਤਾ डेरिवेटिव ਦਿੱਤਾ ਹੁੰਦਾ ਤੇ ਉਹਦਾ ਆਪਾਂ एंटी डेरिवेटिव ਜਾਂ ਕਹੋ कि ਉਹਦੇ ਆਪਾਂ उल्ट जिस फंक्शन डेरिवेटिव करके फंक्शन ਸਾਡਾ ਬਣਿਆ ਉਹ फंक्शन ਨੂੰ फाइंड करना किस तरीके ਨਾਲ फाइंड करेंगे, ठीक है जी। नोट डाउन कर लो, ठीक है। स्टार्ट करते जी अपना इंडेफिनिट इंटैगरल टॉपिक, ठीक है जी। इंडेफिनिट इंटैगरल ਦੇ ਵਿੱਚ ਜੇ ਆਪਾਂ ਦੇਖਿਆ ਕਿ ਆਪਾਂ ਕੀ ਸਿੱਖਣ ਜਾ ਰਹੇ ਹਾਂ ਕਿ ਮੰਨ ਲਓ ਕਿਸੇ ਫੰਕਸ਼ਨ ਦਾ ਡੈਰੀਵੇਟਿਵ ਗਿਵਨ ਹੈਗਾ, ਆਪਾਂ ਤੋਂ ਕੀ ਲੈਣਾ ਹੈ ਫੰਕਸ਼ਨ ਫਾਈਂਡ ਕਰਨਾ। ਕਿਸ ਤਰੀਕੇ ਨਾਲ ਫਾਈਂਡ ਕਰਾਂਗੇ, इंटैगरल ਦੇ ਵਿੱਚ ਸਾਡਾ ਸਿੰਬਲ ਕਿਹੜਾ ਯੂਜ਼ ਹੋਏਗਾ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਸਟਾਰਟ ਕਰਦੇ ਹਾਂ ਛੋਟੀ ਐਗਜ਼ਾਮਪਲ ਤੋਂ। ਐਗਜ਼ਾਮਪਲਸ ਲੈ ਕੇ ਆਪਾਂ ਦੇਖਦੇ ਹਾਂ। ਦੇਖੋ ਮੰਨ ਲਓ ਸਾਡੇ ਕੋਲ ਫੰਕਸ਼ਨ ਆ sin x, ਫੰਕਸ਼ਨ ਸਾਡੇ ਕੋਲ fx ਹੈਗਾ sin x, ठीक है जी। मैं कहना मैं डेरिवेटिव फाइंड कर रहे हैं sin x का। sin x का डेरिवेटिव की आएगा जी cos x, ठीक है। इंटैगरल ਨੂੰ ਅਸੀਂ एंटी डेरिवेटिव भी कह ਦਿੰਦੇ ਹਾਂ, ठीक है। कई जगह ਤੇ क्या होगा फाइंड एंटी डेरिवेटिव ਉਹਦਾ मतलब ਹੋਈ कि इंटैगरल ਆਪਾਂ फाइंड करना, ठीक है। मैं ਹੁਣ ਇੱਥੇ sin x ਦਾ डेरिवेटिव आ गया cos x ਤੇ cos x ਦਾ ਐਂਟੀ ਡੈਰੀਵੇਟਿਵ ਕੀ ਹੈਗਾ ਆ sin x, ਕਲੀਅਰ। ਇਹੀ ਚੀਜ਼ ਆਪਾਂ ਇੱਥੇ ਕੀ ਆ ਫਾਈਂਡ ਕਰਨੀ ਹੈ। ਡੈਰੀਵੇਟਿਵ ਆਫ sin x ਕੀ ਕਵਾਂਗੇ ਆਪਾਂ is cos x, ਠੀਕ ਹੈ। ਤੇ cos x ਦਾ ਉਲਟਾ ਵੀ sin ਦਾ ਡੈਰੀਵੇਟਿਵ ਕਰਕੇ cos x ਆਇਆ, ਇਹ ਡੈਰੀਵੇਟਿਵ ਫੰਕਸ਼ਨ ਸਾਡੇ ਕੋਲ ਆ ਤੇ ਇਹਦਾ ਐਂਟੀ ਡੈਰੀਵੇਟਿਵ ਮਤਲਬ ਇਹ ਫੰਕਸ਼ਨ ਕਿਹਨੂੰ ਡੈਰੀਵੇਟਿਵ ਕਰਕੇ ਆਇਆ ਸੀ sin x ਨੂੰ, फिर cos x ਦਾ एंटी डेरिवेटिव की हो गया sin x। अब कहांगे एंटी डेरिवेटिव ऑफ cos x is sin x, क्लियर जी। अच्छा वो एग्जांपल को लेइए। मान लो मेरे को फंक्शन इतने हैगा जी x क्यूब, ठीक है। जो मैं डेरिवेटिव करना एक्स क्यूब डेरिवेटिव क्या आएगा मेरे को 3x स्क्वायर आएगा। मतलब डेरिवेटिव ऑफ x क्यूब इज 3x स्क्वायर बट एंटी डेरिवेटिव ऑफ 3x स्क्वायर इज x क्यूब। मतलब आनू इथे 3x स्क्वायर की साडा हैगा इथे डेरिवेटिव ਤੇ ਆਪਾਂ ਕੀ ਫਾਈਂਡ ਕਰਨਾ ਕਿ ਇਹ ਡੈਰੀਵੇਟਿਵ ਜਿਹੜਾ ਫੰਕਸ਼ਨ ਆਇਆ ਕਿੰਨੂੰ ਡੈਰੀਵੇਟਿਵ ਕਰਕੇ, ਦੈਟ ਇਜ਼ ਕਾਲਡ ਐਂਟੀ ਡੈਰੀਵੇਟਿਵ। ਸਮਝ ਰਹੇ ਹੋ। ਇੱਥੇ ਆਪਾਂ ਹੁਣ ਡਿਫਰੈਂਸ਼ੀਏਸ਼ਨ ਦੇ ਉਲਟ ਚੱਲਣਾ। ਪਹਿਲਾਂ ਕੀ ਕਰਦੇ ਸੀ ਫੰਕਸ਼ਨ ਨੂੰ ਡਿਫਰੈਂਸ਼ੀਏਟ ਕਰਕੇ ਫੰਕਸ਼ਨ ਲਿਆਉਂਦੇ ਸੀ। ਹੁਣ ਡਿਫਰੈਂਸ਼ੀਏਸ਼ਨ ਵਾਲਾ ਫੰਕਸ਼ਨ ਗਿਵਨ ਹੋਏਗਾ, ਆਪਾਂ ਕੀ ਫਾਈਂਡ ਕਰਨਾ ਉਹਦਾ ਹੁਣ ਐਂਟੀ ਡੈਰੀਵੇਟਿਵ। ਇਹ ਦੇਖਣਾ ਕਿ ਇਹ ਫੰਕਸ਼ਨ ਕਿਸ ਫੰਕਸ਼ਨ ਡਿਫਰੈਂਸ਼ੀਏਟ ਕਰਕੇ ਆਇਆ ਸੀ, ਠੀਕ ਹੈ। ਹੁਣ ਇੱਥੇ ਜਦੋਂ ਆਪਾਂ ਉਲਟ ਵੱਲ ਤੁਰਨਾ ਆ ਤੇ ਕੁਝ ਸਾਡੇ ਸਾਹਮਣੇ ਇੱਕ ਦੋ ਤੁਹਾਨੂੰ ਮੈਂ ਐਗਜ਼ਾਮਪਲ ਦਵਾਂਗਾ ਕਿ ਇੱਕ ਮੁਸ਼ਕਲ ਛੋਟੀ ਜਿਹੀ ਆਊਗੀ, ਕਿਉਂਕਿ ਇੱਥੇ ਸਾਨੂੰ ਇੱਕ ਸਿੱਧਾ ਤੇ ਦਿਖ ਰਿਹਾ ਕਿ ਆਪਾਂ ਕਿਹਾ ਜੀ sin x ਦਾ ਡੈਰੀਵੇਟਿਵ ਆ ਗਿਆ cos x ਤੇ cos x ਦਾ ਡੈਰੀਵੇਟਿਵ ਕੀ ਆ ਗਿਆ sin x। ਮੈਂ ਕਿਹਾ ਜੀ x ਕਿਊਬ ਦਾ ਡੈਰੀਵੇਟਿਵ ਆ ਗਿਆ 3x ਸਕੁਅਰ, मतलब 3x स्क्वायर ਦਾ ਐਂਟੀ ਡੈਰੀਵੇਟਿਵ ਕੀ ਹੋਏਗਾ ਸਾਡਾ x ਕਿਊਬ ਹੋਏਗਾ। ਕਿ ਇਹ ਫੰਕਸ਼ਨ ਕਿਹਨੂੰ ਡੈਰੀਵੇਟਿਵ ਕਰਕੇ ਆਇਆ, ਕਿਹਨੂੰ ਡਿਫਰੈਂਸ਼ੀਏਟ ਕਰਕੇ x ਕਿਊਬ ਨੂੰ ਆਇਆ। ਥੋੜਾ ਜਿਹਾ ਧਿਆਨ ਦੇਖਿਓ, ਜੇ ਮੈਂ sin x ਦਾ ਡੈਰੀਵੇਟਿਵ ਲਿਆ ਮੇਰੇ ਕੋਲ cos x ਆਇਆ ਤੇ ਜੇ ਮੈਂ sin x 5 ਇਹਦਾ ਡੈਰੀਵੇਟਿਵ ਲਵਾਂਗਾ ਤੇ ਇਹ ਵੀ ਤੇ ਮੇਰੇ ਕੋਲ cos x ਹੀ ਆਊਗਾ। मैं sin x ਦਾ ਡੈਰੀਵੇਟਿਵ ਲਿਆ ਉਹ ਵੀ cos x ਆਇਆ ਡੈਰੀਵੇਟਿਵ ਫੰਕਸ਼ਨ। sin x 5 ਜੇ ਮੈਂ ਇਹਦਾ ਡੈਰੀਵੇਟਿਵ ਕਰਾਂਗਾ ਇਹ ਵੀ ਕੀ ਆਊਗਾ cos x। ਫਿਰ ਇੱਥੇ ਸਾਡੇ ਮਾਈਂਡ 'ਚ ਇਹ ਚੀਜ਼ ਆ ਸਕਦੀ ਆ ਕਿ ਜੇ ਅਸੀਂ ਐਂਟੀ ਡੈਰੀਵੇਟਿਵ ਮਤਲਬ ਇੰਟੈਗਰਲ ਫਾਈਂਡ ਕਰਨ ਜਾ ਰਹੇ ਹਾਂ ਤੇ ਉੱਥੇ ਫਿਰ ਇੰਟੈਗਰਲ ਦੇ ਵਿੱਚ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਇੱਥੇ ਪਿੱਛੇ sin x ਹੀ ਜਾਂ sin x 5 ਹੀ, ਕਿਉਂਕਿ ਮੰਨ ਲਓ ਕਿਸੇ ਫੰਕਸ਼ਨ ਨਾਲ ਕੋਈ ਕਾਂਸਟੈਂਟ ਪਲੱਸ ਹੁੰਦਾ, ਡੈਰੀਵੇਟਿਵ ਵਿੱਚ ਕਾਂਸਟੈਂਟ ਡਿਫਰੈਂਸ਼ੀਏਸ਼ਨ ਆ ਜਾਂਦੀ 0। ਡੈਰੀਵੇਟਿਵ ਵਾਲੇ ਫੰਕਸ਼ਨ ਤੋਂ ਸਾਨੂੰ ਇਹ ਚੀਜ਼ ਨਹੀਂ ਪਤਾ ਲੱਗਦੀ ਕਿ ਪਿੱਛੇ ਕਾਂਸਟੈਂਟ ਹੈਗਾ ਸੀ ਕਿ ਨਹੀਂ, ਕਿਉਂਕਿ sin x ਦਾ ਡੈਰੀਵੇਟਿਵ cos x ਆ ਗਿਆ, sin x 5 ਦਾ ਵੀ cos x ਹੀ ਆਇਆ। ਹੁਣ cos x ਇੱਕ ਡੈਰੀਵੇਟਿਵ ਫੰਕਸ਼ਨ ਆ, ਦੋਨੋਂ ਸਾਈਡ ਦੇਖੋ। ਇਹਦੇ ਵੱਲ ਤੇ ਆਪਾਂ ਦੇਖ ਕੇ ਨਹੀਂ ਪਤਾ ਲਗਾ ਸਕਦੇ ਕਿ ਪਿੱਛੇ ਸਾਡੇ ਕੋਲ ਕੋਈ 5 ਪਲੱਸ ਹੋ ਵੀ ਰਿਹਾ ਕਿ ਨਹੀਂ ਹੋ ਰਿਹਾ। ਸੇਮ ਚੀਜ਼ ਇੱਥੇ
एक्स क्यूब आ ਇਹਦਾ ਡੈਰੀਵੇਟਿਵ 3x ਸਕੁਅਰ ਹੈ ਜੇ ਮੈਂ x क्यूब प्लस 1 कह दा ਇਹਦਾ ਡੈਰੀਵੇਟਿਵ ਕੀ ਆਊਗਾ 3x ਸਕੁਅਰ ਹੀ ਆਊਗਾ। ਇਸ ਕਰਕੇ ਆਪਾਂ ਜੇ ਐਂਟੀ ਡੈਰੀਵੇਟਿਵ ਵੱਲ ਜਾਣਾ ਤੇ ਕਿ ਸਾਨੂੰ ਇੱਥੇ ਪ੍ਰੋਬਲਮ ਇਹ ਆ ਰਹੀ ਕਿ ਸਾਨੂੰ ਡੈਰੀਵੇਟਿਵ ਵੱਲ ਦੇਖ ਕੇ ਕਿਵੇਂ ਕਲੈਰਿਟੀ ਹੋਏਗੀ ਕਿ ਪਿੱਛੇ ਫੰਕਸ਼ਨ ਜਿਹੜਾ ਆ ਉਹ ਕਿਹੜਾ ਸੀ। ਮਤਲਬ ਨਾਲ ਉੱਥੇ ਕਾਂਸਟੈਂਟ ਜੇ ਪਲੱਸ ਕਰ ਦਿੰਦੇ ਆ ਤਾਂ ਵੀ ਡੈਰੀਵੇਟਿਵ ਸੇਮ ਆ, ਜੇ ਨਹੀਂ ਕਰਦੇ ਤਾਂ ਵੀ ਡੈਰੀਵੇਟਿਵ ਕੀ ਆਏਗਾ ਸਾਡੇ ਕੋਲ ਸੇਮ ਹੀ ਆਇਆ। ਹੁਣ 3x ਸਕੁਅਰ ਵੱਲ ਤੁਸੀਂ ਦੇਖ ਕੇ ਕਹਿ ਸਕਦੇ ਹੋ ਕਿ ਇਹ ਕਿਹੜੇ ਫੰਕਸ਼ਨ ਨੂੰ ਡਿਫਰੈਂਸ਼ੀਏਟ ਕਰਕੇ ਆਇਆ, x ਕਿਊਬ ਨੂੰ ਡਿਫਰੈਂਸ਼ੀਏਟ ਕਰਕੇ ਆਇਆ ਜਾਂ x ਕਿਊਬ ਪਲੱਸ 1 ਨੂੰ ਕਰਕੇ ਆਇਆ ਜਾਂ x ਕਿਊਬ ਪਲੱਸ 2 ਨੂੰ 3 ਨੂੰ, ਜਿਹੜਾ ਮਰਜ਼ੀ ਕਾਂਸਟੈਂਟ ਨਾਲ ਹੋ ਸਕਦਾ, ਠੀਕ ਹੈ ਨਾ। ਇਸ ਕਰਕੇ ਜਦੋਂ ਅਸੀਂ ਕਿਸੇ ਵੀ ਫੰਕਸ਼ਨ ਦਾ ਐਂਟੀ ਡੈਰੀਵੇਟਿਵ ਫਾਈਂਡ ਕਰਨਾ ਤੇ ਇੱਕ ਚੀਜ਼ ਆਪਣੇ ਮਾਈਂਡ 'ਚ ਆ ਰਹੀ ਆ ਕਿ ਨਾਲ ਕੋਈ ਕਾਂਸਟੈਂਟ ਵੀ ਉਹਦੇ ਹੋ ਸਕਦਾ, ਚਾਹੇ ਹੋਏ ਚਾਹੇ ਨਾ ਹੋਏ, ਆਪਾਂ ਮੰਨ ਕੇ ਚੱਲਣਾ ਵੀ ਕੋਈ ਨਾ ਕਾਂਸਟੈਂਟ ਸਾਈਜ਼ ਉਹਦੇ ਹੋਏਗਾ। ਇਸ ਕਰਕੇ ਜਦੋਂ ਕਿਸੇ ਫੰਕਸ਼ਨ ਦਾ ਅਸੀਂ ਫਾਈਂਡ ਕਰਦੇ ਆ ਐਂਟੀ ਡੈਰੀਵੇਟਿਵ ਤੇ ਜੋ ਉਹਦਾ ਸਾਡੇ ਐਂਟੀ ਡੈਰੀਵੇਟਿਵ ਫਾਈਂਡ ਕਰਕੇ ਆਉਂਦਾ ਆ ਨਾਲ ਅਸੀਂ ਉਹਦੇ ਕੀ ਪਲੱਸ ਕਰ ਦੇਣਾ ਕੋਈ ਐਨੀ ਸੀ ਕਾਂਸਟੈਂਟ। ਤੇ ਮੈਨੂੰ ਲੱਗਦਾ ਕਿ ਸੀ ਕਾਂਸਟੈਂਟ ਤੁਸੀਂ ਫਿਜ਼ਿਕਸ ਵਿੱਚ ਵੀ ਕਿਤੇ ਇੰਟੀਗ੍ਰੇਸ਼ਨ 'ਚ ਪਲੱਸ ਕਰਦੇ ਹੋਵੋਗੇ, ਬਟ ਤੁਹਾਡੇ ਮਾਈਂਡ ਵਿੱਚ ਆਉਂਦਾ ਹੋਏਗਾ ਕਿ ਸੀ ਹੈ ਕੀ ਆ, ਆਪਾਂ ਕਿਉਂ ਪਲੱਸ ਕਰ ਰਹੇ ਹਾਂ। ਜ਼ਿਆਦਾਤਰ ਸਟੂਡੈਂਟਸ ਇਹੀ ਹੁੰਦਾ ਕਿ ਇੰਟੀਗ੍ਰੇਸ਼ਨ ਕੀ ਹੁੰਦੀ ਹੈ ਜੀ, ਫੰਕਸ਼ਨ ਦੀ ਇੰਟੀਗ੍ਰੇਸ਼ਨ ਤੇ ਨਾਲ ਪਲੱਸ ਸੀ ਲਗਾ ਦਿਓ। ਸੀ ਕਿੱਥੋਂ ਆਇਆ ਜੀ, ਇਹ ਸੀ ਕੀ ਹੈਗਾ ਆ, ਇਹਦੇ ਬਾਰੇ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਆ। ਇਹ ਸੀ ਕੀ ਆ ਕਿਉਂਕਿ ਜਦੋਂ ਆਪਾਂ ਐਂਟੀ ਡੈਰੀਵੇਟਿਵ ਫਾਈਂਡ ਕਰ ਰਹੇ ਆ ਬੈਕ ਨੂੰ ਜਾਣਾ ਆ ਤੇ ਸਾਨੂੰ ਨਹੀਂ ਪਤਾ ਕਿ ਪਿੱਛੇ ਉਹ ਫੰਕਸ਼ਨ ਦੇ ਨਾਲ ਕੋਈ ਕਾਂਸਟੈਂਟ ਹੈਗਾ ਵੀ ਕਿ ਨਹੀਂ, ਕਿਉਂਕਿ ਜੇ ਕਾਂਸਟੈਂਟ ਹੋਏਗਾ ਵੀ ਤਾਂ ਵੀ ਉਹਦਾ ਡੈਰੀਵੇਟਿਵ ਇਹੀ ਆਉਣਾ ਸੀ। ਦੇਖੋ x ਕਿਊਬ ਦੇ ਨਾਲ ਕਾਂਸਟੈਂਟ ਨਹੀਂ ਹੈਗਾ ਤਾਂ ਵੀ 3x ਸਕੁਅਰ ਆ, x ਕਿਊਬ ਪਲੱਸ 1 ਹੈਗਾ ਤਾਂ ਵੀ 3x ਸਕੁਅਰ। ਇਸ ਕਰਕੇ ਜਦੋਂ ਕਿਸੇ ਫੰਕਸ਼ਨ ਦਾ ਅਸੀਂ ਤੇ ਐਂਟੀ ਡੈਰੀਵੇਟਿਵ ਫਾਈਂਡ ਕਰਨਾ ਮਤਲਬ ਇੰਟੈਗਰਲ ਫਾਈਂਡ ਕਰਨਾ, ਉਸ ਫੰਕਸ਼ਨ ਦਾ ਇੰਟੈਗਰਲ ਕੀ ਹੋਏਗਾ, ਜੋ ਫੰਕਸ਼ਨ ਆਏਗਾ ਸਾਡੇ ਕੋਲ ਨਾਲ ਆਪਾਂ ਕੀ ਪਲੱਸ ਲਾ ਦਾਂਗੇ c ਲਗਾਵਾਂਗੇ। c ਕੀ ਹੋਏਗਾ ਐਨੀ ਆਰਬਿਟਰੀ ਕਾਂਸਟੈਂਟ, ਕਿ ਆਪਾਂ ਮੰਨ ਕੇ ਚੱਲਾਂਗੇ ਕਿ ਉਹ ਕੋਈ ਵੀ ਕਾਂਸਟੈਂਟ ਪਿੱਛੇ ਹੋ ਸਕਦਾ, ਠੀਕ ਹੈ। ਇਸ ਕਰਕੇ ਜੋ ਕਿਸੇ ਵੀ ਫੰਕਸ਼ਨ ਦਾ ਅਸੀਂ ਐਂਟੀ ਡੈਰੀਵੇਟਿਵ ਫਾਈਂਡ ਕਰਨਾ ਜਾਂ ਆਪਾਂ ਇੱਥੇ ਕਹੀਏ ਹੁਣ ਜਿਵੇਂ sin x ਇੱਥੇ ਲਿਆ, ਮੰਨ ਲਓ ਸਾਡੇ ਕੋਲ ਇੱਥੇ ਇੱਕ ਫੰਕਸ਼ਨ ਹੈਗਾ fx, ਆਪਾਂ ਕਹਿੰਦੇ ਹੁਣ fx ਦਾ ਜੇ ਆਪਾਂ ਇੰਟੈਗਰਲ ਫਾਈਂਡ ਕਰਨਾ, ਇੰਟੈਗਰਲ ਆਫ fx ਉਹ ਕੀ ਆਏਗਾ ਸਾਡੇ ਕੋਲ, ਮੰਨ ਲਓ ਕਿ ਫੰਕਸ਼ਨ fx ਇਹ ਆ ਰਿਹਾ ਤੇ ਇਹਦਾ ਇੰਟੈਗਰਲ ਐਂਟੀ ਡੈਰੀਵੇਟਿਵ ਕੀ ਆ fx ਨਾਲ ਆਪਾਂ ਕੀ ਲਾਵਾਂਗੇ ਪਲੱਸ c, ਮਤਲਬ ਕਿ ਇਹ ਫੰਕਸ਼ਨ ਹੋ ਸਕਦਾ ਜਿਹੜੇ ਫੰਕਸ਼ਨ ਨੂੰ ਡਿਫਰੈਂਸ਼ੀਏਟ ਕਰਕੇ ਆਇਆ ਉਹਦੇ ਨਾਲ ਕੋਈ c ਕਾਂਸਟੈਂਟ ਹੀ ਹੋਏ। ਇਸ ਕਰਕੇ ਜਦੋਂ ਵੀ ਕਿਸੇ ਫੰਕਸ਼ਨ ਦਾ ਇੰਟੈਗਰਲ ਫਾਈਂਡ ਕਰਨਾ ਹੈ ਜੋ ਉਹਦਾ ਇੰਟੈਗਰਲ ਆਏਗਾ ਨਾਲ ਉਹਦੇ ਆਪਾਂ ਕੀ ਪਲੱਸ c ਕੋਈ ਕਾਂਸਟੈਂਟ ਵੀ ਲਗਾਵਾਂਗੇ। ਕਿਉਂ ਲਗਾਵਾਂਗੇ ਤੁਹਾਨੂੰ ਹੁਣੇ ਮੈਂ ਚੀਜ਼ ਪੂਰਾ ਕਲੈਰੀਫਾਈ ਕਰ ਚੁੱਕਿਆ, ਕਿਉਂਕਿ ਚਾਹੇ ਫੰਕਸ਼ਨ fx plus c ਆ ਦੋਨਾਂ ਦਾ ਡੈਰੀਵੇਟਿਵ ਕੀ ਆ ਰਿਹਾ 3x ਸਕੁਅਰ ਆ ਰਿਹਾ। ਇਸ ਕਰਕੇ ਹੋ ਸਕਦਾ ਕਿ ਜਿਹੜੇ ਫੰਕਸ਼ਨ ਡਿਫਰੈਂਸ਼ੀਏਟ ਕਰਕੇ ਫੰਕਸ਼ਨ ਬਣਿਆ ਉਹ ਫੰਕਸ਼ਨ ਨਾਲ ਕੋਈ c ਕਾਂਸਟੈਂਟ ਹੋਏ। ਇਸ ਕਰਕੇ ਜਦੋਂ ਅਸੀਂ ਕਿਸੇ ਵੀ ਫੰਕਸ਼ਨ ਦਾ ਐਂਟੀ ਡੈਰੀਵੇਟਿਵ ਮਤਲਬ ਫਾਈਂਡ ਕਰਨਾ, ਮਤਲਬ ਇਹ ਕਿ ਜੇ ਮੰਨ ਲਓ 3x ਸਕੁਅਰ ਫੰਕਸ਼ਨ ਆ, ਜੇ ਅਸੀਂ ਇੰਟੈਗਰਲ ਫਾਈਂਡ ਕਰਨ ਜਾ ਰਹੇ ਹਾਂ ਇੰਟੈਗਰਲ ਆਫ 3x ਸਕੁਅਰ, ਉਹਨੂੰ ਕੀ ਲਿਖਾਂਗੇ ਆਪਾਂ x ਕਿਊਬ ਤੇ ਨਾਲ ਪਲੱਸ c ਕਾਂਸਟੈਂਟ ਕੋਈ ਪਾਵਾਂਗੇ ਕਿ 3x ਸਕੁਅਰ ਜਿਹੜਾ ਕਿਹੜੇ ਫੰਕਸ਼ਨ ਡਿਫਰੈਂਸ਼ੀਏਟ ਕਰਕੇ ਆਇਆ x ਕਿਊਬ ਤੇ ਨਾਲ ਹੋ ਸਕਦਾ ਕੋਈ ਆਰਬਿਟਰੀ ਕਾਂਸਟੈਂਟ c ਵੀ ਹੋਏ। c ਨੂੰ ਆਰਬਿਟਰੀ ਮੈਂ ਕਿਉਂ ਕਹਿ ਰਿਹਾ, c ਇੱਥੇ ਹੈਗਾ ਬੇਟਾ ਆਰਬਿਟਰੀ ਕਾਂਸਟੈਂਟ। ਆਰਬਿਟਰੀ ਮਤਲਬ ਕੋਈ ਵੀ ਹੋ ਸਕਦਾ ਆ, ਕਿਉਂਕਿ ਜੇ ਮੈਂ ਇੱਥੇ x ਕਿਊਬ ਪਲੱਸ 1 ਲਿਆ ਉਹਦਾ ਇੰਟੈਗਰਲ ਵੀ 3x ਸਕੁਅਰ ਆ, x ਕਿਊਬ ਪਲੱਸ 2 ਲਵਾਂਗਾ ਉਹਦਾ ਇੰਟੈਗਰਲ ਵੀ 3x ਸਕੁਅਰ ਆ। x ਕਿਊਬ ਦੇ ਨਾਲ ਮੈਂ ਕੋਈ ਵੀ ਕਾਂਸਟੈਂਟ ਲਗਾ ਦਾਂਗਾ ਚਾਹੇ ਮਾਈਨਸ ਦਾ ਪਲੱਸ ਦਾ, ਉਹਨਾਂ ਸਾਰਿਆਂ ਦਾ ਡੈਰੀਵੇਟਿਵ 3x ਸਕੁਅਰ ਹੀ ਆਊਗਾ। ਇਸ ਕਰਕੇ 3x ਸਕੁਅਰ ਵੱਲ ਦੇਖ ਕੇ ਮੈਨੂੰ ਕੋਈ ਇਹ ਕਲੈਰਿਟੀ ਨਹੀਂ ਹੁੰਦੀ ਕਿ ਪਿੱਛੇ ਜਿਹੜਾ ਇਹਦਾ ਐਂਟੀ ਡੈਰੀਵੇਟਿਵ ਆ ਉਹਦੇ ਨਾਲ ਕੋਈ ਕਾਂਸਟੈਂਟ ਹੈ ਵੀ ਸੀ, ਜੇ ਹੈਗਾ ਸੀ ਕਿਹੜਾ ਹੈ ਮੈਨੂੰ ਨਹੀਂ ਪਤਾ। ਇਸ ਕਰਕੇ ਮੈਂ ਫਿਰ ਐਨੀ ਕਾਂਸਟੈਂਟ ਆਰਬਿਟਰੀ ਕਾਂਸਟੈਂਟ c ਮੰਨ ਕੇ ਚੱਲਾਂਗਾ ਕਿ c ਕੋਈ ਵੀ ਕਾਂਸਟੈਂਟ ਹੋ ਸਕਦਾ। ਕਲੀਅਰ ਜੀ। ਇੱਕ ਚੀਜ਼ ਸਾਨੂੰ ਇੱਥੇ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਕਿ ਕਿਸੇ ਵੀ ਫੰਕਸ਼ਨ ਦਾ ਜਿਹੜਾ ਐਂਟੀ ਡੈਰੀਵੇਟਿਵ ਆ ਉਹ ਯੂਨੀਕ ਨਹੀਂ ਹੁੰਦਾ। ਯੂਨੀਕ ਕਿੱਥੋਂ ਹੋਏਗਾ, ਯੂਨੀਕ ਮਤਲਬ ਇੱਕ ਨਹੀਂ ਹੋਏਗਾ, ਉਹ ਬਹੁਤ ਸਾਰੇ ਹੋ ਸਕਦੇ ਆ ਕਿਉਂਕਿ ਸਾਰਾ ਕੁਝ ਡਿਪੈਂਡ ਕਿੱਥੇ ਕਰ ਰਿਹਾ ਕਾਂਸਟੈਂਟ ਤੇ। ਕਾਂਸਟੈਂਟ ਜੇ ਚੇਂਜ ਹੋ ਗਿਆ ਤੇ ਐਂਟੀ ਡੈਰੀਵੇਟਿਵ ਕੀ ਹੋ ਜਾਏਗਾ ਚੇਂਜ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇੰਟੈਗਰਲ ਆਫ ਫੰਕਸ਼ਨ is not
यूनीक वो एक नहीं कह सकते, एक तो बाद जिन्ने मर्जी आ सकते हैं, कॉन्सटेंट चेंज करी जावांगे तो बहुत सारे साढ़े को जिहड़े आ वो इंटैगरल जां एंटी डेरिवेटिव जिहड़े आ फाइंड हो सकते हैं। हुण अगे असीं इंट्रोड्यूस कर लगे जी सिंबल, किसी फंक्शन का जिन्होंं आपां एंटी डेरिवेटिव इंटैगरल फाइंड करना उहदे वास्ते सिंबल किहड़ा यूज करना। ठीक है जी, स्टार्ट करो सिंबल तो। सिंबल आपां देखिए हुण जिवें डेरिवेटिव कर लगे असीं की करदे हैं डी बाय डी एक्स अप्लाई करते हैं। इदां ही मान लो कोई फंक्शन साडे कोल एफ एक्स है, ਉਹਦਾ इंटैगरल फाइंड करन जा रहे हैं, तो ये बेटा सिंबल हुंदा है, ये सिंबल हुंदा इंटैगरल का। मतलब जिद्दां कह लो एस नूं उपरों थल्लों खिच दो, आ सिंबल इंटैगरल का बनता। मान लो मैं किसी फंक्शन एफ एक्स का इंटैगरल फाइंड करना, हुण इंटैगरल बेटा फाइंड करना तो एक विच हुंदी कि इंटैगरल जिहड़ा फंक्शन का फाइंड करना वो उस वेरीएबल के विद रिस्पैक्ट टू फाइंड हुंदा जिस वेरीएबल च फंक्शन होए। जे फंक्शन एक्स के विच आ तो आप विद रिस्पैक्ट टू एक्स ही इंटैगरल फाइंड करना। ठीक है, इस करके जे मेरे को एफ एक्स फंक्शन है तो नाल इंटैगरल फाइंड कर लगे, नाल की आप लिखते हैं डी एक्स। ये तो की होंदा इंटैगरल ऑफ एफ एक्स विद रिस्पैक्ट टू आप किदे कर रहे हैं डी एक्स। डी एक्स वाले दसदा कि विद रिस्पैक्ट टू किदे हो रहा है, एफ एक्स साडा फंक्शन एक्स विच है, इंटैगरल ऑफ एफ एक्स विद रिस्पैक्ट टू एक्स आप कर रहे हैं। ठीक है जी, इसका इंटैगरल की आएगा, मान लो कि फंक्शन एफ एक्स आ गया, वो आप इंटैगरल के रूल अगे सीखने जा रहे हैं। हमें पता लग जाएगा भाई किस अलग अलग फंक्शन होंगे ट्रिग्नोमैट्रिक अलजैब्रिक उन्होंने की इंटैगरल की होंगे। जिवें आप डिफरेंशियल सीखी ना अर्थवैसे रूल सीखे सी बेसिक के किवें पावर के पावर चेक माइनस समथिंग, उदा ही आप इंटैगरल भी सीखांगे सारा। ठीक है, जे तो डिफरेंशिएशन आती है ना तो ला लो कि इंटैगरल भी आ गया, क्योंकि इंटैगरल की हैगा डेरिवेटिव का उल्ट, मतलब आप उल्ट पासे तुरना। छोटी जी एग्जांपल साइन एक्स का डेरिवेटिव की होंदा है कॉस एक्स, ते कॉस एक्स का एंटी डेरिवेटिव की होएगा साडे कोल साइन एक्स हो जाएगा। ठीक है, कॉस एक्स इंटैगरल की हो जाएगा साडे कोल साइन एक्स नाल प्लस की पा देंगे आपां सी। इस करके जदों भी किसी फंक्शन का असीं इंटैगरल फाइंड करना तो वो इंटैगरल की होएगा जो फंक्शन का इंटीग्रेशन करके आऊगा नाल प्लस की पावांगे सी, सी इज एनी आर्बिट्रेरी कांस्टेंट। ठीक है जी, इनू रीड किवें करदे आपां इंटैगरल ऑफ एफ एक्स विद रिस्पेक्ट टू एक्स। जे मान लो इत्थे y आ जाए, इत्थे फिर क्या होगा dy आ जाएगा। इस करके चीज कंफ्यूज नहीं होना। जे मान लो फंक्शन y विच आ ते आपां फिर विद रिस्पेक्ट टू भी किदे करांगे ओनू y दे करांगे ते नाल फिर की पा देंगे dy। जे मान लो किसी वेरिएबल t दे विद रिस्पेक्ट टू आपां करना कि फंक्शन t विच आ t दे विद रिस्पेक्ट टू करना फिर नाल की पा देंगे ते dt। मतलब जिस वेरिएबल दे विच साडे कोल फंक्शन पहुंच जाएगा ना तो इहदे विद रिस्पेक्ट टू d d दे नाल की वही वेरिएबल आ जाएगा। तो ਇਹਦਾ बस दसना ही है कि आपां की दे विद रिस्पेक्ट टू ਜਿਹੜਾ ਉਹ इंटैगरल फाइंड करते पे। ठीक है जी, कुछ और भी नोटेशंस ਆਪਾਂ देखते हैं तो नोट डाउन कर लो। नैक्सट कोई नोटेशंस ਆਪਾਂ देखते इंटैगरल ਦੇ ਵਿੱਚ जी कुछ सिंबल्स ने पढ़ने बारे पढ़ते हैं जो तुम देखोगे जिवें हुणे पढ़ के कि ये साइन मतलब इंटैगरल रीड किवें करना इंटैगरल ऑफ एफ एक्स विद रिस्पेक्ट टू एक्स, इंटैगरल ऑफ एफ विद रिस्पेक्ट टू एक्स। ठीक है, हुण इहदे एफ एक्स जिहड़ा आ वो इस इंटैगरल वाले विच एफ एक्स जिहड़ा फंक्शन आ उहनूं आपां की नाम देने आ इंटीग्रैंड दा नाम दे दिंदे। ठीक है, एक्स जिहड़ा आ पूरे फंक्शन विच एक्स की हैगा वेरीएबल ऑफ इंटीग्रेशन। तो वैसे नॉर्मली इंटैग्रेशन की होंदी है, कोई कहते हैं कि व्हाट इज इंटीग्रेशन। इंटीग्रेशन की है द प्रोसैस ऑफ फाइंडिंग इंटैगरल, मतलब तुसीं जो इंटैगरल फाइंड करना फंक्शनस का वो पूरे प्रोसैस नूं फाइंड करन दे प्रोसैस स्टार्टिंग लैके एंड तक जिहड़ा फाइंड करदा प्रोसैस है इहनूं आपां की नाम दिंदे आ इंटीग्रेशन का नाम दिंदे आ। ठीक है जी, हुण स्टार्ट करते अपने रूल्स तो कि जिवें आपां डिफरेंशियल दे रूल सीखे सी कि किवें किहदा जो डेरिवेटिव हुंदा सेम आपां हुण इंटीग्रेशन के रूल जो सीखते हैं कि अलग अलग फंक्शन जो इंटैगरल किवें किवें होना है। ठीक है, स्टार्ट करते नैक्सट स्टार्ट करते जी असीं इसके फर्स्ट रूल तो। फर्स्ट है जी इंटैगरल ऑफ एक्स की पावर n विद रिस्पेक्ट टू एक्स। किसी भी फंक्शन की पावर साडी कोई n आ रही, फंक्शन इत्थे कोई ट्रिग्नोमैट्रिक नहीं, फंक्शन इत्थे की होए अलजैब्रिक, मतलब x कोई साडे कोल आ रहा। ठीक है, डिफरेंशिएशन की करते पावर अगे लैके आते सी फिर पावर से एक माइनस करते सी। थोड़ा का रूल अलग है, देखो ध्यान हर एक रूल समझो। एक्स की पावर n ਇਹਦਾ ਸਾਡੇ इंटैगरल की आऊगा कोई साडे कोल अलजैब्रिक फंक्शन होए x
ਤੇ ਪਾਵਰ ਚਾਹੇ ਜੋ ਮਰਜ਼ੀ ਸਾਡੇ ਕੋਲ ਹੋਏ, ਨੈਗੇਟਿਵ ਪੋਜ਼ਿਟਿਵ ਕੋਈ ਪਾਵਰ ਹੋਏ। ਇੰਟੈਗਰਲ ਕੀ ਹੁੰਦਾ, ਉਹਦੀ ਪਾਵਰ ਦੇ ਵਿੱਚ ਅਸੀਂ ਇੱਕ ਪਲੱਸ ਕਰ ਦਿੰਦੇ, ਮਤਲਬ 1 ਐਡ ਕਰ ਦਿੰਦੇ ਪਾਵਰ ਦੇ ਵਿੱਚ। ਜੋ ਉਸ ਫੰਕਸ਼ਨ ਦੀ ਪਾਵਰ ਬਣ ਜਾਂਦੀ ਹੈ ਉਸ ਪਾਵਰ ਦੇ ਨਾਲ ਆਪਾਂ ਕੀ ਕਰ ਦਿੰਦੇ ਆ, ਡਿਵਾਈਡ। मतलब डिफरेंशियल ਦਾ ਸੀ ਪਾਵਰ ਅੱਗੇ, ਪਾਵਰ ਚ ਇੱਕ ਮਾਈਨਸ, ਬਾਅਦ ਡੈਰੀਵੇਟਿਵ ਜਿਹਦੀ ਪਾਵਰ ਹੈ। ਇੰਟੈਗਰਲ ਚ ਕੀ ਹੋਏਗਾ, ਜੇ x ਦੀ ਪਾਵਰ n ਹੈ ਤੇ x ਦੀ ਗੱਲ ਕਰ ਰਹੇ ਹਾਂ ਵੀ ਨਹੀਂ ਕਿ sin x ਦੀ ਪਾਵਰ n ਆ ਗਈ ਤੇ ਆਪਾਂ ਇਹ ਅਪਲਾਈ ਕਰ ਦਾਂਗੇ ਜਾਂ ਬਾਕੀ ਸਮਥਿੰਗ ਸਾਡੇ ਕੋਲ ਨਹੀਂ। ਇੱਥੇ ਸਾਡੇ ਕੋਲ ਜੇ x ਦੀ ਪਾਵਰ n ਆ ਜਾਂਦੀ ਤੇ x ਦੀ ਪਾਵਰ n ਦਾ ਡੈਰੀਵੇਟਿਵ ਕੀ ਆਊਗਾ, ਪਾਵਰ ਦੇ ਵਿੱਚ 1 ਐਡ ਤੇ ਜੋ ਪਾਵਰ ਬਣ ਗਈ ਉਸ ਨਾਲ ਕੀ ਕਰ ਦੇਣਾ ਆਪਾਂ, ਡਿਵਾਈਡ ਕਰ ਦੇਣਾ। ਠੀਕ ਹੈ, ਮੰਨ ਲਓ ਜੀ ਸਾਡੇ ਕੋਲ ਨਾਲ ਇੱਥੇ प्लस आएगा ਸਾਡੇ ਕੋਲ ਆਰਬਿਟਰੀ ਕਾਂਸਟੈਂਟ c, n ਜਿਹੜਾ ਆ ਉਹ -1 ਦੇ ਇਕੁਅਲ ਨਹੀਂ ਆਏਗਾ ਕਿਉਂਕਿ ਜੇ -1 ਦੇ ਇਕੁਅਲ ਆ ਗਿਆ ਇਹ ਸਾਡੇ ਕੋਲ ਨॉट डिफाइंड ਟਰਮ ਬਣ ਜਾਏਗੀ। ਫॉर एग्जांपल ਜੀ ਦੇਖੋ, ਮੰਨ ਲਓ ਮੈਂ x² ਦਾ ਇੰਟੈਗਰਲ ਕਰਨਾ, x² ਇੰਟੈਗਰਲ ਕੀ ਆਏਗਾ, ਪਾਵਰ ਦੇ ਵਿੱਚ ਇੱਕ ਪਲੱਸ ਕਰਾਂਗੇ ਤੇ ਜੋ ਪਾਵਰ ਆ ਉਸ ਨਾਲ ਕੀ ਕਰਦਾ ਕਿ ਡਿਵਾਈਡ, ਮਤਲਬ ਪਾਵਰ ਦੇ ਵਿੱਚ ਇੱਕ ਪਲੱਸ ਕੀਤਾ 2 + 1 ਕੀ ਆ ਗਿਆ ਸਾਡੇ ਕੋਲ 3, ਉਸ ਨਾਲ ਕੀ ਕਰਨਾ ਆਪਾਂ ਡਿਵਾਈਡ ਤੇ ਨਾਲ ਆਰਬਿਟਰੀ ਕਾਂਸਟੈਂਟ ਤੇ ਇੰਟੈਗਰਲ ਕੀ ਆ ਗਿਆ ਜੀ x³ 3 + c ਆ ਗਿਆ। ਮਤਲਬ x² ਦਾ ਐਂਟੀ ਡੈਰੀਵੇਟਿਵ, ਮਤਲਬ ਜਿਹੜੇ ਫੰਕਸ਼ਨ ਨੂੰ ਡਿਫਰੈਂਸ਼ੀਏਟ ਕਰਕੇ x² ਬਣਿਆ ਉਹ ਫੰਕਸ਼ਨ ਕੀ ਆ ਗਿਆ x³ 3 ਨਾਲ ਪਲੱਸ ਕੋਈ ਵੀ ਸਾਡੇ ਕੋਲ ਕਾਂਸਟੈਂਟ ਆ ਸਕਦਾ। ਕਲੀਅਰ ਜੀ, ਇਹ ਸੀ ਸਾਡੇ ਕੋਲ ਸਿੰਗਲ ਕਿ ਜੇ x ਦੀ ਪਾਵਰ ਸਾਡੇ ਕੋਲ n ਹੈ। ਸੈਕਿੰਡ ਹੈ ਜੀ dx, मतलब कोई भी इतने फंक्शन सिर्फ फंक्शन की है 1, जे फंक्शन 1 है ਉਹਦਾ ਡੈਰੀਵੇਟਿਵ ਇੰਟੈਗਰਲ ਸਾਡੇ ਕੋਲ ਕੀ ਆਏਗਾ, ਜਿਵੇਂ ਆਪਾਂ ਲਿਖਦੇ ਸੀ ਜੇ x ਸਾਡੇ ਕੋਲ ਫੰਕਸ਼ਨ ਹੈ ਤਾਂ ਡੈਰੀਵੇਟਿਵ 1 ਆਉਂਦਾ ਸੀ, ਇੱਥੇ ਫੰਕਸ਼ਨ ਹੀ ਹੈਗਾ ਸਾਡੇ ਕੋਲ 1 ਤੇ 1 ਦਾ ਫਿਰ ਇੰਟੈਗਰਲ ਕੀ ਆਏਗਾ, ਐਂਟੀ ਡੈਰੀਵੇਟਿਵ ਕੀ ਹੋਊਗਾ ਸਾਡੇ ਕੋਲ x ਆਏਗਾ। ਠੀਕ ਹੈ, ਇਸ ਕਰਕੇ ਜੇ ਕੁਝ ਵੀ ਨਹੀਂ ਹੈਗਾ ਮਤਲਬ 1 ਸਾਡੇ ਕੋਲ ਤੇ ਹੈ ਹੀ ਹੈ, ਫਿਰ 1 ਦਾ ਇੰਟੈਗਰਲ ਦੈਟ ਇਜ਼ ਐਂਟੀ ਡੈਰੀਵੇਟਿਵ ਕੀ ਆਏਗਾ ਬੇਟਾ x ਨਾਲ ਪਲੱਸ ਕੀ ਆਏਗਾ c। ਠੀਕ ਹੈ, ਜੇ ਤੇ 2 ਹੁੰਦਾ ਕਾਂਸਟੈਂਟ ਕੁਝ ਨਹੀਂ ਕਰਨਾ ਆਪਾਂ, 2 ਤੇ ਕਾਂਸਟੈਂਟ ਹੈ 2 ਹੁੰਦਾ ਨਾਲ ਕੀ ਹੋਣਾ ਸੀ ਫਿਰ ਡੈਰੀਵੇਟਿਵ x, 2 ਦਾ ਡੈਰੀਵੇਟਿਵ ਕੀ ਰਿਕੁਆਇਰਡ ਸੀ 2x। ਠੀਕ ਹੈ, ਜਿਵੇਂ ਦੇਖੋ ਮੰਨ ਲਓ 2 dx ਹੈ ਤੇ ਕਾਂਸਟੈਂਟ ਹੀ ਆ, ਕਾਂਸਟੈਂਟ ਆਪਾਂ ਬਾਹਰ ਕੱਢ ਲੈਨੇ ਆ, ਫਿਰ ਅੰਦਰ ਕੀ ਬਚ ਗਿਆ 1 dx ਸੀ, ਇਹ ਤਾਂ ਡੈਰੀਵੇਟਿਵ ਕੀ ਆਣਾ x, ਸੌਰੀ ਇਹਦਾ ਇੰਟੈਗਰਲ ਕੀ ਆਣਾ 1 ਦਾ x ਤੇ ਨਾਲ 2 ਕੀਤਾ ਮਲਟੀਪਲਾਈ ਤੇ ਕੀ ਆ ਗਿਆ ਇੰਟੈਗਰਲ ਸਾਡੇ ਕੋਲ 2 dx ਇੰਟੈਗਰਲ ਕੀ ਆ ਗਿਆ 2x ਨਾਲ ਪਲੱਸ c ਆ ਜੀ। ਠੀਕ ਹੈ ਜੀ, ਇਸ ਕਰਕੇ ਜੇ ਸਾਡੇ ਕੋਲ ਕੋਈ ਵੀ ਇੱਕ ਕਾਂਸਟੈਂਟ ਆ ਉਸ ਕਾਂਸਟੈਂਟ ਦਾ ਆਪਾਂ ਇੰਟੈਗਰਲ ਫਾਈਂਡ ਕਰਨਾ ਤੇ ਕੀ ਆਏਗਾ ਕਾਂਸਟੈਂਟ x ਨਾਲ ਪਲੱਸ ਆਰਬਿਟਰੀ ਕਾਂਸਟੈਂਟ c। नेक्स्ट ਸਾਡੇ ਕੋਲ थर्ड देखिए जी, ਹੁਣ ਸਾਡੇ ਕੋਲ x ਦੀ ਪਾਵਰ n ਹੋ ਗਿਆ 1 dx that is ਕੋਈ ਕਾਂਸਟੈਂਟ ਆਏ ਉਹਦਾ ਇੰਟੈਗਰਲ 1 ਹੈ ਤੇ ਇੰਟੈਗਰਲ ਕਿਹੜਾ ਹੋਏਗਾ x ਨਾਲ ਪਲੱਸ c। ਹੁਣ ਆਈ ਜੀ ਐਕਸਪੋਨੈਂਸ਼ੀਅਲ ਬਾਤ e ਪਾਵਰ x ਦਾ ਇੰਟੈਗਰਲ ਸਾਡੇ ਕੋਲ e ਪਾਵਰ x ਹੀ ਹੋਏਗਾ ਨਾਲ ਪਲੱਸ c। ਵੈਸੇ e ਪਾਵਰ x ਦਾ ਇੰਟੈਗਰਲ ਕੀ ਹੁੰਦਾ, ਪਹਿਲਾਂ ਉਹੀ ਐਕਸਪੋਨੈਂਸ਼ੀਅਲ ਆਪਾਂ ਐਸ ਟੀ ਸੀ ਲਿਖਦੇ ਹਾਂ, ਇੱਥੇ ਵੀ जो x ਦਾ ਕੋਐਫੀਸ਼ੀਐਂਟ ਹੁੰਦਾ ਹੈ ਉਹ ਆਪਾਂ ਨੀਚੇ ਡਿਵਾਈਡ ਕਰ ਲਈਦਾ। ਫॉर एग्जांपल ਜਿਵੇਂ ਮੰਨ ਲਓ ਮੈਂ ਇੰਟੈਗਰਲ e ਪਾਵਰ 2x ਦਾ ਕਰਨਾ ਤੇ ਇਹਦਾ ਇੰਟੈਗਰਲ ਕੀ ਆਊਗਾ, ਪਹਿਲਾਂ ਐਕਸਪੋਨੈਂਸ਼ੀਅਲ ਐਸ ਟੀ ਲਿਖੀਦਾ, ਉੱਥੇ ਕੀ ਕਰਦਾ ਅਸਾਂ ਪਾਵਰ ਹੀ ਡਿਫਰੈਂਸ਼ੀਏਟ ਕਰੀਦੀ ਸੀ, ਇੱਥੇ ਕੀ ਕਰਨਾ ਆਪਾਂ ਇੰਟੈਗਰਲ ਦੇ ਵਿੱਚ e ਪਾਵਰ ਐਕਸਪੋਨੈਂਸ਼ੀਅਲ ਐਸ ਟੀ ਸੀ, ਜੋ ਉੱਪਰ x ਦਾ ਸਾਡੇ ਕੋਲ ਕੋਐਫੀਸ਼ੀਐਂਟ ਆ ਰਿਹਾ ਉਹਦੇ ਨਾਲ ਕੀ ਕਰ ਦੇਣਾ ਆਪਾਂ ਡਿਵਾਈਡ ਤੇ ਨਾਲ ਕੀ ਪਾ ਦੇਣਾ ਪਲੱਸ c। ਇਹ ਸਾਡਾ ਐਕਸਪੋਨੈਂਸ਼ੀਅਲ ਦਾ ਰੂਲ ਹੈ। ਠੀਕ ਹੈ ਜੀ, एक्सपोनेंशियल तो बाद पर लॉग रूल जड़ा देखते हैं, लॉग विच की निकलेगा देखो फोर्थ लॉग की वजह डिफरेंशिएशन नहीं आप 1/x दी जे आप करते हैं इंटैग्रल ये आ गया e पावर x का जे 1/x ਦਾ ਆਪਾਂ ਇੰਟੈਗਰਲ ਫਾਈਂਡ ਕਰਦੇ ਕਿਉਂਕਿ log x ਦਾ ਡੈਰੀਵੇਟਿਵ ਕੀ ਹੁੰਦਾ ਸਾਡੇ ਕੋਲ 1/x ਤੇ 1/x ਦਾ ਫਿਰ ਇੰਟੈਗਰਲ ਕੀ ਹੋਏਗਾ ਸਾਡੇ ਕੋਲ log x। ठीक है, बट थोड़ा ध्यान देखिए log x का डेरिवेटिव ਹੁੰਦਾ 1/x ਤੇ ਜੇ ਅਸੀਂ log -x ਦਾ ਡੈਰੀਵੇਟਿਵ ਕਰਦੇ ਹਾਂ
वो क्या आएगा, एंगल का रेसिप्रोकल नाल एंगल की डेरिवेटिव, ये भी क्या आ गया 1/x ही आ गया। ਇਹਦਾ मतलब है कि चाहे log x का ਅਸੀਂ डेरिवेटिव करिए वो भी 1/x आउंदा, चाहे log -x का करिए वो भी 1/x आउंदा। मैं ਤੇ ਹੁਣ ਮੇਰੇ ਕੋਲ डेरिवेटिव ਦਿੱਤਾ ਹੋਇਆ ਹੈ ਨਾ 1/x ਗਿਵਨ ਹੈਗਾ, मैं फाइंड ਕੀ करना है तो ऑपोजिट एंटी डेरिवेटिव। इस करके 1/x का एंटी डेरिवेटिव log x भी आ सकता तो log -x भी। फिर मैं इसे की डिसाइड करा भी की आऊगा, इस वास्ते ਜਦੋਂ भी 1/x ਸਾਡੇ ਕੋਲ ਹੋਏ ਤੇ ਉਹਦਾ इंटैग्रल की लिखना सी log x नहीं log mod x लिखांगे नाल प्लस सी। mod x मतलब इत्थे हुण ये चीज mod ਨੂੰ ओपन करना डिपेंड करेगा x ਤੇ कि जे x ਦੀ वैल्यू आ ਉਹ ਸਾਡੀ ਕੀ ਆ ਰਹੀ ਹੈ, ਜੇ 0 ਤੋਂ ਲੈਸ ਆ ਰਹੀ ਹੈ ਤੇ ਆਪਾਂ ਇਹਨੂੰ ਲਿਖ ਲਾਂਗੇ ਮਾਈਨਸ, ਜੇ 0 ਤੋਂ ਗ੍ਰੇਟਰ ਆ ਰਹੀ ਆਪਾਂ ਲਿਖਾਂਗੇ ਇਹਨੂੰ ਪਲੱਸ। ਇਸ ਕਰਕੇ ਆਪਾਂ ਇੱਥੇ mod x ਪਾਵਾਂਗੇ। mod x ਕਿਉਂ ਪਾਇਆ, क्योंकि 1/x ਜਿਹੜਾ ਆ ਉਹ log x ਨੂੰ ਡੈਰੀਵੇਟਿਵ ਵੀ ਕਰਕੇ ਆਉਂਦਾ ਤੇ log -x ਨੂੰ ਡੈਰੀਵੇਟਿਵ ਕਰਕੇ ਆਉਂਦਾ। इस करके इथे यूज करांगे कि 1/x का फिर एंटी डेरिवेटिव दैट इज इंटीग्रल साडे कोल की आएगा log mod x, मतलब -x भी आ सकदा ते +x भी आ सकदा। ठीक है जी। नेक्स्ट जी 5th इंटीग्रल ऑफ a पावर x dx। डेरिवेटिव a पावर x dx तक आंसर बड़ी मुश्किल कई बारी आ जांदी कि a एक्सपोनेंशियल आ जाए की है, उथे करते सी कि एक्सपोनेंशियल एज इट इज नाल log a लिखते सी ना, थोड़ा याद करना a पावर x ਸਾਡੇ ਕੋਲ ਹੈ, ਇਹਦਾ ਡੈਰੀਵੇਟਿਵ ਸਾਡੇ ਕੋਲ ਕੀ ਹੁੰਦਾ ਸੀ a ਪਾਵਰ x ਨਾਲ log a ਤੇ ਨਾਲ ਉੱਪਰ ਪਾਵਰ ਦੀ ਡਿਫਰੈਂਸ਼ੀਏਟ ਕਰਦੇ ਸੀ। ਹੈ ਤੇ ਕੁਝ ਇਦਾਂ ਦਾ ਹੀ ਆ एक्सपोनेंशियल एज इट इज, ਇੱਥੇ log a ਨਾਲ ਨਹੀਂ ਲਿਖਣਾ, ਬਸ log a ਆਪਾਂ ਕਰ ਦੇਣਾ ਨੀਚੇ डिवाइड कर देना है ਤੇ ਬਾਕੀ ਜੋ x ਦਾ ਕੋਐਫੀਸ਼ੀਐਂਟ ਹੋਏਗਾ ਉਹ ਵੀ ਨੀਚੇ ਆਪਾਂ ਡਿਵਾਈਡ ਕਰਾਂਗੇ ਐਕਸਪੋਨੈਂਸ਼ੀਅਲ ਦੇ ਵਿੱਚ। ਇੱਥੇ ਵੀ ਦੇਖੋ e ਪਾਵਰ x ਵੀ ਸੇਮ ਇਹੀ ਅਪਲਾਈ ਹੁੰਦਾ ਹੈ ਕਿ ਪਹਿਲਾਂ e ਪਾਵਰ x as t ਡਿਵਾਈਡ ਕਰਾਂਗੇ log e ਨਾਲ, ਪਰ log e ਬਾਹਰ ਨੂੰ ਇਸ ਕਰਕੇ ਆਪਾਂ ਨੀਚੇ ਡਿਵਾਈਡ ਚ log e ਨਹੀਂ ਪਾਉਂਦੇ ਤੇ ਨਾਲ x ਦਾ ਕੋਐਫੀਸ਼ੀਐਂਟ ਇੱਥੇ ਵੀ ਆਉਣਾ ਤੇ x ਦਾ ਕੋਐਫੀਸ਼ੀਐਂਟ ਇੱਥੇ ਵੀ ਆਉਣਾ। ਫੋਰ ਐਗਜ਼ਾਮਪਲ ਦੇਖੋ ਮੰਨ ਲਓ ਸਾਡੇ ਕੋਲ a ਪਾਵਰ 2x ਦਾ ਇੰਟੀਗਰਲ ਹੈ, ਉਹ ਕੀ ਹੋਗਾ a ਪਾਵਰ 2x as it is, x का ऑप्शन क्या आ रहा है देखो 2 भी आऊगा नाल log a भी आऊगा ते प्लस c। क्लियर जी, इधर ना प्लस c है, c इज एनी आर्बिट्ररी कांस्टेंट। ठीक है, चलो a भी ਸਾਡੇ ਕੋਲ ਸਿੱਧੇ ਅਲਜੈਬਰਿਕ x ਦੀ ਪਾਵਰ ਕਾਂਸਟੈਂਟ ਐਕਸਪੋਨੈਂਸ਼ੀਅਲ 1/x ਸਾਡੇ ਕੋਲ ਹੋਏ log mod x ਤੇ a ਪਾਵਰ x। ਹੁਣ ਅੱਗੇ ਆਪਾਂ ਕਰ ਲਾਂਗੇ ਜੀ ਟ੍ਰਿਗਨੋਮੈਟਰੀ ਫੰਕਸ਼ਨ ਉਹਨਾਂ ਦੇ ਡੈਰੀਵੇਟਿਵਸ ਦੇ ਰੂਲਸ। ਠੀਕ ਹੈ ਜੀ, सब तो पहला आप करिए 6th sin x। sin x का एंटी डेरिवेटिव की होएगा हमारे कोल जी, sin x ਨੂੰ ਡੈਰੀਵੇਟਿਵ ਕਰਕੇ ਕੀ ਆਉਂਦਾ ਹੈ cos x ਤੇ cos x ਨੂੰ ਦਾ ਇੰਟੀਗਰਲ ਫਿਰ ਕੀ ਹੋਏਗਾ sin x। ਠੀਕ ਹੈ ਜੀ। ਅੱਛਾ cos x ਦਾ ਡੈਰੀਵੇਟਿਵ ਕਰਕੇ ਕੀ ਆਉਂਦਾ ਹੈ -sin x, इस करके फिर sin x ਦਾ एंटी डेरिवेटिव की होएगा -cos x। ठीक है जी, याद रखना इथे sin x ਦਾ ਇੱਥੇ ਆਪਾਂ ਇੰਟੀਗਰਲ ਫਾਈਂਡ करना ਉਹ ਕੀ ਹੋਏਗਾ -cos x प्लस, मतलब उल्ट चलना। मजे में गल करा -cos x की जे मैं डिफरेंशिएशन करना वो क्या आएगी माइनस, उतना ही cos x आएगी -sin x ਤੇ -sin प्लस की हो गया sin x। इस करके जो मैं sin x का फाइंड कर रहे हैं इंटीग्रल वो की है ਸਾਡੇ ਕੋਲ -cos x आए, इस करके -cos x ਇੱਥੇ ਆਉਂਦਾ ਹੈ। ठीक है, ਨਾਲ प्लस ਆਪਾਂ c ਪਾ ਦਾਂਗੇ क्योंकि a ਨੂੰ ਉਲਟਾ ਚੱਲਣਾ। ਜਿਹੜਾ ਮਤਲਬ ਕਿਉਂ ਤੁਹਾਨੂੰ ਦੱਸਿਆ ਕਿ cos x ਦਾ ਡੈਰੀਵੇਟਿਵ ਸਾਡੇ ਕੋਲ ਹੁੰਦਾ ਸੀ -sin x, ਇਹ sin x ਦਾ ਕੀ ਆਉਣਾ ਉਲਟ ਹੁਣ -cos x। ਨੈਕਸਟ ਵੀ ਚੱਲਾਂਗੇ ਇਦਾਂ ਹੀ 7th cos x ਦਾ ਇੰਟੀਗਰਲ। sin x ਦਾ ਡੈਰੀਵੇਟਿਵ ਕੀ ਆ cos x ਤੇ cos x ਦਾ ਐਂਟੀ ਡੈਰੀਵੇਟਿਵ ਕੀ ਹੋਏਗਾ ਸਾਡੇ ਕੋਲ sin x ਹੋ ਜਾਏਗਾ sin x c ਮਾਈਨਸ sin ਨੂੰ ਉਲਟ ਹੋ ਜਾਣਾ। ਮਤਲਬ ਆਪਾਂ ਜੇ ਦੇਖੀਏ ਉੱਥੇ cos x ਦਾ ਡੈਰੀਵੇਟਿਵ ਮਾਈਨਸ ਹੁੰਦਾ ਸੀ, ਇੱਥੇ sin x ਦਾ ਇੰਟੀਗਰਲ ਕੀ ਹੋਏਗਾ -cos। 8th tan x plus ਸਾਡੇ ਕੋਲ ਡੈਰੀਵੇਟਿਵ ਵਿੱਚ ਕੀ ਹੁੰਦਾ ਸੀ
tan x ਦਾ ਡੈਰੀਵੇਟਿਵ ਕੀ ਹੁੰਦਾ ਸਾਡੇ ਕੋਲ secant square x, ਤੇ secant square x ਦਾ ਐਂਟੀ ਡੈਰੀਵੇਟਿਵ ਇੰਟੈਗਰਲ ਕੀ ਆਊਗਾ ਸਾਡੇ ਕੋਲ tan x ਆ ਜਾਏਗਾ। ਠੀਕ ਹੈ ਜੀ, मतलब ये देखा जाए डिफरेंशिएशन जी आ की आ इनवर्स हैगी आ इंटैगरल का, बिल्कुल आप उल्ट चल रहे हैं। नैक्सट इदा ही कोसीकेंट स्क्वायर एक्स डी एक्स, ये क्या होगा माइनस कॉट एक्स प्लस सी। इतना देख लो कॉट एक्स का डेरीवेटिव की साढ़े को होंगे माइनस कोसीकेंट स्क्वायर एक्स, मतलब जो माइनस कोसीकेंट माइनस कॉट एक्स का डेरीवेटिव क्या होगा साढ़े को कोसीकेंट स्क्वायर एक्स, तो कोसीकेंट स्क्वायर एक्स का फिर साढ़े को इंटैगरल क्या होगा उल्ट माइनस कॉट एक्स। secant x tan x जो दोवें मल्टीप्लाई हो रहे हैं उन्होंने दोनों का इंटैगरल किया होगा secant x प्लस c, तो लास्ट साढ़े को आ जाता है 1 2 3 4 5 6 secant x cot x, इसका इंटैगरल क्या होगा माइनस secant x प्लस c। आप जानी की होगी secant x का डेरीवेटिव की होंदा है secant x tan x, मतलब secant x tan x का इंटैगरल इज एंटी डेरीवेटिव की होगा secant x। इदा ही जे कोसेकेंट गई है उदा डेरीवेटिव की होंदा है माइनस कोसेकेंट x cot x, ते कोसेकेंट x cot x का फिर एंटी डेरीवेटिव क्या होगा माइनस कोसेकेंट x, मतलब इधर माइनस साइन जड़े आ वो भी उल्ट होने, तो एज चीज इन्हां नूं याद रखना sin x का इंटैगरल माइनस cos x प्लस c, cos x का इंटैगरल sin x प्लस c, secant square x का इंटैगरल किया गया साडे कोल tan x प्लस c, जे कोसेकेंट स्क्वायर x की जगह पे आ रहा है ओदा इंटैगरल क्या होगा माइनस cot x प्लस c, जे secant x tan x मल्टीप्लाई हो रहा है ओदा इंटैगरल क्या होगा secant x कोसेकेंट x cot x और इंटैगरल क्या होगा माइनस कोसेकेंट x प्लस c। हुण तुहाडे माइंड विच कुछ क्वेश्चन राइज हो रहे होंगे कि sin cos दा आपां देख लिया, secant square देख लिया, कल्ले secant दा या फिर कल्ले tan दा है, इन्हां दा cot दा इहदा इंटैगरल ते आपां देखिया नहीं, वो भी आएगा 1 बाय 1 आपां सीखांगे एकदम आपां पूरा मतलब हर एक लैवल में छुवांगे। पहला स्टार्टिंग आपां उन्हां तों करांगे जिन्हें बिल्कुल सिंपल साडे कोल इंटैगरल हैगा। ठीक है, फिर 1 बाय 1 जिवें आपां नैक्सट लैवल चेंज होंदा जाएगा एक्सरसाइज दा उवें आपां अगे करते जावांगे। ठीक है जी, ये नॉट डाउन कर सारे फॉर्मूलेज नूं और टोटल सॉल्व करके कुछ समझिए आपां इंटैगरल दीयां जो प्रॉपर्टीज़ आ पढ़ियां होण, इंटैगरल दे जो रूल्स पढ़े आ उन्होंने ही अप्लाई करते हुए बाकी जो डिफरेंशिएशन की कोई प्रॉपर्टी होंदी है ना कि जो फंक्शन प्लस हो रहे हैं उन्होंने पर अलग अलग डेरिवेटिव अप्लाई करते हैं, इवें कुछ इंटैगरल की प्रॉपर्टीज़ होंगी कि दो फंक्शन ऐड अप हो रहे हैं कॉन्सटेंट मल्टीप्लाई हो रहा है, जिवें प्रॉपर्टी डेरिवेटिव च सेम प्रॉपर्टी उदा इंटैगरल च होंगे कॉन्सटेंट आप बाहर कट लेनी समथिंग, तो मैं सोचा कि तुहानूं समझ दे विच ही वो चीज़ां दस देवांगा। ठीक है, जिवें देखो इत्थे सब तो पहला ये फंक्शन है इहदा इंटैगरल फाइंड करने वास्ते क्या देखो सब तो पहली गल तो पहले देखना कि फंक्शन नूं आपां सिंपलीफाई कितना करिए कि फंक्शन ऑलरेडी सिंपल फॉर्म च गिवन हैगा कि यहाँ पे इनू सिंपलीफाई कर सकते हैं होर ईजी बना सकते हैं। ठीक है, अजे आप बिल्कुल डायरैक्ट सिंपल इंटैग्रेशन जड़ियाँ ने सीखियां नहीं, इंटैगरल सीखिया फंक्शन का। हुण इत्थे देखिए साडे कोल फंक्शन एक्स क्यू माइनस 1 बाय एक्स स्क्वायर है कि मैं इनू बिल्कुल सिंपल फंक्शन बना सकता है वो किवें, क्योंकि इदां दे किसी फंक्शन का मैं इंटैगरल नहीं अजे तक सीखिया, तो ना ही कोई लगता कि मैं कोई अलग तो सोचा कि किस तरह फंक्शन बनता पे, मैं सीधा सिंपल सोचा तो देखा कि मैं सैपरेट कर सकता मैं। इस सब तो पहला जो आप इंटैगरल फाइंड करते हैं एक्स क्यूब माइनस 1 अपॉन एक्स स्क्वायर का पहले स्टैप के असीं की करते हैं इनू सैपरेट करते हैं माइनस 1 बाय एक्स स्क्वायर दोनों की क्या आ रहा है डी एक्स। हूँ जो दो फंक्शन माइनस हो रहे हो या प्लस हो रहे हो उन्होंने अलग अलग असीं इंटैगरल अप्लाई कर सकते हैं। इत्थे पावर कट हो निकल एक्स बच जाएगा, इत्थे अलग इंटैगरल माइनस 1 बाय एक्स स्क्वायर इत्थे अलग इंटैगरल अप्लाई कर सकते हैं। मतलब जो दो फंक्शन प्लस हो रहे या माइनस हो रहे हैं उन्होंने अलग अलग इंटैगरल असीं जिहड़ा वो अप्लाई कर सकते हैं। ठीक है, आगे देखो जी हम एक्स डी एक्स ये तो साडे कोल इंटैगरल की आएगा एक्स पावर उपर आ रही 1 ते एक्स की पावर एन का इंटैगरल की होंदा पावर 1 है, पावर च एक प्लस कर देंगे 2 जिन्नी पावर है उतना कर देंगे डिवाइड। हूँ साढ़े को दो इंटैगरल दो साढ़े को फंक्शन बन गए तो जो आप 2 या 3 या जिन्ने फंक्शन बनते हो आप उनका इंटैगरल फाइंड कर रहे हैं तो हर एक का इंटैगरल फाइंड करके नाल प्लस नहीं सी पाना, सारे का इंटैगरल फाइंड करके नाल आप कॉमन एक प्लस सी जो वो पाना होंगे। ठीक है, गल जाना हूँ माइनस 1 बाय एक्स का आप इंटैगरल तो पढ़िया लॉग मॉड एक्स होंगे बट 1 अपॉन एक्स के पढ़िया नहीं,
इस करके 1/x² ਦਾ इंटैग्रल कितने फाइंड करेंगे आप x² ਨੂੰ ऊपर ले जाना ऊपर जाके पावर की हो जाएगी -2 x²/2 माइनस फिर इतने हम पावर च एक प्लस कर देंगे तो जो पावर आ ਉਹਦੇ ਨਾਲ डिवाइड ਤੇ ਨਾਲ प्लस पाता आर्बिट्ररी कांस्टेंट c ये आ गया जी x²/2 माइनस x की पावर क्या आ गई जी -1/-1 प्लस c ये साडा क्या आ गया जी इंटैग्रल ਇਹਦਾ x³ -1/x² ਦਾ ठीक है जी। ये फर्स्ट और सेकंड एग्जांपल देखिए इंटैग्रल पहला हम इतने सारे फंक्शन साडे सिंपल फॉर्म च ने कल्ले कल्ले ऊपर इंटैग्रल अप्लाई कर दे वक्रा 3/2 ते वक्रा प्लस वक्रा माइनस वक्रा इंटैग्रल ठीक है जी। नेक्स्ट ਇਹਦਾ इंटैग्रल क्या होगा पावर ਦੇ ਵਿੱਚ ਇੱਕ प्लस ਤੇ जो पावर ਆ ਸੇਮ ਆਪਾਂ ਉਹਦੇ ਨਾਲ ਡਿਵਾਈਡ ਕਰ ਦਿੰਦੇ ਆ +2 ਕਾਂਸਟੈਂਟ ਆਪਾਂ ਬਾਹਰ ਕੱਢ ਲੈਣੇ ਉਦਾਂ ਹੀ ਐਸਟੀ ਇਹਨੂੰ ਬਾਹਰ ਲਿਖ ਲਾਂਗੇ e ਪਾਵਰ x ਦੀ ਕਿਉਂ ਨਹੀਂ ਇੰਟੈਗਰਲ ਸਾਡੇ ਕੋਲ e ਪਾਵਰ x ਹੀ ਆਊਗਾ ਠੀਕ ਹੈ ਜੀ ਕਿਉਂਕਿ ਨਾਲ x ਦਾ ਉੱਪਰ ਕੋਐਫੀਸ਼ੀਐਂਟ ਹੈ ਉਹ 1 ਹੈਗਾ 1 ਨਾਲ ਡਿਵਾਈਡ ਕਰੋ ਨਾ ਕਰੋ ਤੇ ਕੋਈ ਉਹਦੇ ਨਾਲ ਚੇਂਜ ਨਹੀਂ ਆਉਣਾ -1/x ਦੀ ਸਾਡੇ ਕੋਲ ਇੰਟੀਗ੍ਰੇਸ਼ਨ ਕੀ ਹੋਗੀ log mod x ਨਾਲ प्लस की बात आर्बिट्ररी कांस्टेंट c आगे वो सिंपलीफाई कर लो जी इंटीग्रेशन ऑफ x की पावर 3/2 प्लस 2e पावर x -1/x ਇਹਦਾ इंटैग्रल की आ गया जी x की पावर एलसीएम लवांगे आ गया जी 3 + 2 5/2 नीचे भी आ गया जी 5/2 प्लस 2 × e पावर x माइनस log mod x प्लस ठीक है जी। इवें ਅਸੀਂ इंटैग्रल फाइंड करना बट ਉਹਦੇ ਵਾਸਤੇ ਤਾਂ रूल ਜਿਹੜੇ ਆ ਉਹ ਚੰਗੀ ਤਰ੍ਹਾਂ ਪਹਿਲਾਂ ਕਲੈਰਿਟੀ ਹੋਣੀ ਚਾਹੀਦੀ ਆ रूल रेगुलेशन जो आप पढ़े हर एक फंक्शन का की एंटी डेरिवेटिव इंटैग्रल होता है ठीक है। तो कुछ एक दो सम होर करते हैं आप ट्रिग्नोमेट्री फंक्शन लैके तो फिर लैक्चर खत्म करेंगे सब जी। ट्रिग्नोमेट्री वाली फर्स्ट है जी कोसेकेंट x इंटू कोसेकेंट x प्लस cot x dx कोसेकेंट x बाहर साडे कोल आ रहा अंदर दो फंक्शन प्लस हो रहे सब तो पहला माइंड यही आ सकता है कि सिंपलीफाई किवें करी पहला थोड़ा सिंपल बनाएंगे कोसेकेंट x अंदर मल्टीप्लाई कर ठीक है जी। चलो मल्टीप्लाई कर लो ये की बन जाएगा ये बन गया जी कोसेकेंट स्क्वायर x प्लस कोसेकेंट x cot x ठीक है जी नाल आके जी dx विद रिस्पेक्ट x कर देंगे हम सैपरेट कर ली इन्होंने ये आ जाएगा जी इंटीग्रेशन ऑफ कोसेकेंट स्क्वायर x dx दी वक्री प्लस इंटीग्रेशन ऑफ कोसेकेंट x cot x दी वक्री आ जाएगी ठीक है जी। कोसेकेंट स्क्वायर x इंटीग्रल की नाल को जी माइनस cot x ठीक है तो कोसेकेंट x cot x तक कितना देखो जी माइनस कोसेकेंट x नाल क्या देगा प्लस आर्बिट्ररी कांस्टेंट c ठीक है क्योंकि कोसेकेंट स्क्वायर को डायरेक्ट इंटीग्रल होता है माइनस cot x इसका मतलब माइनस कोसेकेंट x इधर आई जी इधर भी सेम इतना ही ऊपर दो टर्म माइनस हो रही थले एक है फिर हमारे माइंड चाहिए होगा सैपरेट कर लिया अपन ये सैपरेट करते हैं 1/cos स्क्वायर x वक्रा माइनस sin x बाय cos स्क्वायर x वक्रा 1/cos स्क्वायर x आ गया सेकंड स्क्वायर x माइनस थल पर sin है थले cos स्क्वायर आ रहा मतलब एक बार sin थले cos लिख दिंदे आ एक बार cos जिहड़ा आ वो उते रह दिंदे ठीक है जी। हम सैपरेट कर दी इंटैग्रल ये आ गया सेकंड स्क्वायर x dx वक्रा sin बाय cos आ गया जी tan x 1/cos आ गया जी secant x इतना dx वक्रा दी इंटैग्रल वक्रा अप्लाई कर दो फंक्शन माइनस हो रहे हैं दोवां दे वक्रो वक्रा इंटैग्रल अप्लाई कर रहे हैं ठीक है जी। हुण साडे सिंपल फॉर्म्स बन गए secant स्क्वायर x साडे कोल इंटैग्रल हुंदा जी tan x ते secant x tan x हुंदा जी साडे कोल secant x प्लस ये साडे क्या आ गया जी इंटैग्रल ठीक है। ये सी दो चार एग्जांपल्स जो पर वो सीखे वो रिलेटेड बहुत सिंपल एग्जांपल्स सी ਤੇ ਇੱਕ ਹੋਰ ਇੱਕ ਦੋ ਟਾਈਪ ਸਮ ਹੈਗੇ ਜਿਹਦੇ ਵਿੱਚ ਉਹਨਾਂ ਨੇ ਵਿਦਆਊਟ ਇੰਟੈਗਰਲ ਯੂਜ਼ਿੰਗ ਇੰਟੈਗਰਲ ਵੀ ਕਿਹਾ ਹੁੰਦਾ ਕਿ ਐਂਟੀ ਡੈਰੀਵੇਟਿਵ ਫਾਈਂਡ ਕਰੋ ਆਪਾਂ ਨੈਕਸਟ ਲੈਕਚਰ 'ਚ ਕਵਰ ਕਰਾਂਗੇ। ਤੇ ਅੱਜ ਲੈਕਚਰ ਤੁਸੀਂ ਜੋ ਵੀ ਇੰਟਰੋਡਕਸ਼ਨ ਟਾਈਪ ਸਾਰਾ ਕੁਝ ਪੂਰਾ ਚੰਗੀ ਤਰ੍ਹਾਂ ਸਮਝ ਕੇ ਸਟਾਰਟਿੰਗ ਲੈ ਕੇ ਐਂਡ ਤੱਕ ਤੇ ਐਗਜ਼ਾਮਪਲਸ ਨੋਟ ਡਾਊਨ ਕਰਕੇ ਆਪਣੀ ਐਕਸਰਸਾਈਜ਼ ਦੇ ਫਸਟ NCERT ਦੀ ਜਿਹੜੀ ਐਕਸਰਸਾਈਜ਼ ਜਿਹੜੀ ਫਸਟ ਹੈਗੀ ਆ ਜਿਹੜੀ 7.1 ਐਕਸਰਸਾਈਜ਼ ਜਿਹੜੀ ਆ ਉਹਨੂੰ
ਸੋਲਵ ਕਰਨਾ ਆ, ਠੀਕ ਹੈ। ਤੇ ਨੈਕਸਟ ਜਿਹੜਾ ਲੈਕਚਰ ਹੋਏਗਾ ਜੋ ਫਰਸਟ ਐਕਸਰਸਾਈਜ਼ ਦਾ ਐਂਟੀ ਡੈਰੀਵੇਟਿਵ ਵਿਦਆਊਟ ਇੰਟੈਗਰਲ ਨੂੰ ਯੂਜ਼ ਕਰਦੇ ਹੋਏ ਡਾਇਰੈਕਟ ਆਪਾਂ ਬਾਈ ਇੰਸਪੈਕਸ਼ਨ ਮੈਥਡ ਉਹ ਆਪਾਂ ਪੜਾਂਗੇ ਤੇ ਨਾਲ ਨੈਕਸਟ ਟੌਪਿਕ ਕਰਾਂਗੇ ਸੈਕਿੰਡ।